ਵਾਰਮ ਵੈਲਕਮ ਟੂ ਆਲ ਮਾਈ ਵਿਊਅਰਸ। ਮੈਂ ਸਾਰਿਆਂ ਦਾ ਮੇਰੇ YouTube ਚੈਨਲ ਆਉਣ 'ਤੇ ਧੰਨਵਾਦ ਕਰਦਾ ਵਾਂ। ਇਸ ਸੈਸ਼ਨ ਦੇ ਵਿੱਚ ਅਸੀਂ ਕੰਟੀਨਿਊ ਕਰ ਰਹੇ ਹਾਂ ਜਿਹੜਾ ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਕੀਤਾ ਭਾਰਤ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਭਾਗ ਦੂਜਾ ਫੀਚਰਸ ਆਫ ਦੀ ਇੰਡੀਅਨ ਕੌਨਸਟੀਟਿਊਸ਼ਨ ਪਾਰਟ ਸੈਕੰਡ। ਇਹ ਕਲਾਸ 10th ਦਾ ਵਾ ਪਾਰਟ ਆ। ਇਹਦੇ ਵਿੱਚ ਅਸੀਂ ਇਸ ਪਾਰਟ ਨੂੰ ਕੰਪਲੀਟ ਕਰ ਰਹੇ ਹਾਂ। ਇਹਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਜਿਹੜੇ ਰਿਮੇਨਿੰਗ ਕੁਐਸਚਨਸ ਰਹਿ ਗਏ ਸੀ ਉਹਦੇ ਬਾਰੇ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਇਹਦੇ ਵਿੱਚ ਜਿਹੜਾ ਇੱਕ ਕੁਐਸਚਨ ਸੀ ਉਹ ਮੈਂ ਥੋੜ੍ਹਾ ਜਿਹਾ ਛੱਡ ਦਿੱਤਾ ਸੀ ਪ੍ਰੀਵੀਅਸ ਵੀਡੀਓ ਵਿੱਚ, ਕਿਉਂਕਿ ਉਹ ਜ਼ਿਆਦਾ ਵੱਡੀ ਹੋ ਜਾਣੀ ਸੀ। ਇਸ ਕਰਕੇ ਮੈਂ ਇਸ ਵੀਡੀਓ ਨੂੰ ਇਹਦੇ ਵਿੱਚ ਲੈ ਕੇ ਆਇਆ ਹਾਂ। ਸਟਾਰਟ ਕਰਦੇ ਹਾਂ। ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਸਾਡੇ ਸਮਾਜ ਦੇ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬੀ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦੇ ਸ਼ੋਸ਼ਣ ਹੁੰਦਾ ਚੱਲਿਆ ਆ ਰਿਹਾ ਹੈ। ਇਸ ਨੂੰ ਖਤਮ ਕਰਨ ਲਈ ਸੰਵਿਧਾਨ ਦੇ ਵਿੱਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਅਨੁਸਾਰ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਜਿਹੜੇ ਲੋਕ ਹੁੰਦੇ ਸੀ ਇੱਕ ਦੂਸਰੇ ਨੂੰ ਡਿਸਕ੍ਰਿਮੀਨੇਟ ਕਰਦੇ ਸੀ ਔਨ ਦੀ ਬੇਸਿਸ ਆਫ ਕਾਸਟ, ਜੈਂਡਰ ਅਤੇ ਇਹਨਾਂ ਚੀਜ਼ਾਂ ਦੇ ਉੱਤੇ। ਅਤੇ ਇਹਨਾਂ ਨੂੰ ਖਤਮ ਕਰਨ ਲਈ ਕੀ ਕੀਤਾ ਵਾ ਦੇਖੋ। ਫਸਟ ਹੈਗਾ ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖਾਹ ਦਿੱਤੇ ਜਬਰੀ ਕੰਮ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ, ਪਰ ਸਾਰਵਜਨਿਕ ਸੇਵਾਵਾਂ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ। ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ। ਦੂਜਾ ਹੈ 14 ਸਾਲ ਦੀ ਘੱਟ ਉਮਰ ਵਾਲੇ ਬੱਚਿਆਂ ਨੂੰ ਕਾਰਖਾਨਿਆਂ, ਖਾਣਾ ਜਾਂ ਜੋਖਮ ਵਾਲੇ ਕੰਮਾਂ ਦੇ ਵਿੱਚ ਨੌਕਰੀ ਉੱਤੇ ਨਹੀਂ ਲਗਾਇਆ ਜਾ ਸਕਦਾ। ਅਸਲ ਵਿੱਚ ਉਹਨਾਂ ਕੋਲ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ ਜਿਹੜਾ ਉਹਨਾਂ ਦੇ ਵਿਕਾਸ ਦੇ ਵਿੱਚ ਰੁਕਾਵਟ ਪਾਵੇ। ਸੱਸਾ ਹੈ ਸੰਵਿਧਾਨਿਕ ਪ੍ਰਚਾਰਾਂ ਦਾ ਅਧਿਕਾਰ। ਸੰਵਿਧਾਨ ਰਾਹੀਂ ਨਾਗਰਿਕਾਂ ਨੂੰ ਅਧਿਕਾਰ ਦਿੱਤੇ ਜਾਣ ਲਈ ਹੀ ਕਾਫੀ ਨਹੀਂ, ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨਾ, ਰਾਖੀ ਕਰਨਾ ਵੀ ਵਧੇਰੇ ਮਹੱਤਵ ਹੈ। ਇਸੇ ਉਦੇਸ਼ ਨਾਲ ਭਾਰਤੀ ਸੰਵਿਧਾਨ ਦੇ ਵਿੱਚ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਪ੍ਰਬੰਧਨ ਕੀਤਾ ਗਿਆ ਹੈ। ਇਸ ਦੇ ਅਨੁਸਾਰ ਕੋਈ ਸਰਕਾਰੀ ਕੰਮ ਨਾਗਰਿਕਾਂ ਦੇ ਅਧਿਕਾਰ ਦੇ ਵਿਰੁੱਧ ਹੋਵੇ ਤਾਂ ਨਾਗਰਿਕ ਉਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਚੌਥਾ ਕੁਐਸਚਨ ਆ ਹੇਠ ਲਿਖਿਆਂ ਦੇ ਵਿੱਚ ਰਾਜ ਦੀ ਨੀਤੀਆਂ ਦੇ ਨਿਰਦੇਸ਼ਕ ਸਿਧਾਂਤਾਂ ਦੇ ਕਿਸੇ ਇੱਕ 'ਤੇ ਸੰਖੇਪ ਵਿਆਖਿਆ ਕਰੋ। ਆੜਾ ਹੈ ਸਮਾਜਵਾਦੀ, ਗਾਂਧੀਵਾਦੀ ਜਾਂ ਸਧਾਰਨ ਜਾਂ ਉਦਰਵਾਦੀ। ਫਸਟ ਹੈ ਸਮਾਜਵਾਦੀ। ਰਾਜ ਦੇ ਆਸ ਕੀਤੀ ਗਈ ਹੈ ਕਿ ਉਹ ਜਿਹੜੇ ਸਮਾਜ ਦੀ ਸਥਾਪਨਾ ਕਰੇ ਉਸ ਦੀ ਉਦੇਸ਼ ਸਾਰਵਜਨਿਕ ਕਲਿਆਣ ਹੋਵੇ। ਪਹਿਲਾ ਹੈ ਦੂਜਾ ਹੈ ਹਰੇਕ ਨਾਗਰਿਕ ਨੂੰ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਹੋਵੇ। ਤੀਜਾ ਹੈ ਦੋਸ਼ਾਂ ਦੇ ਭੌਤਿਕ ਸਾਧਨਾਂ ਦੀ ਵੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦੇ ਵੱਧ ਤੋਂ ਵੱਧ ਜਨਹਿਤ ਹੋਵੇ। ਫਿਰ ਹੈ ਆਰਥਿਕ ਸੰਗਠਨ ਇਸ ਤਰ੍ਹਾਂ ਹੋਵੇ ਕਿ ਧਨ ਅਤੇ ਉਤਪਾਦਨ ਦਾ ਸਾਧਨ ਸੀਮਤ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਕੇਂਦਰਿਤ ਨਾ ਹੋਣ। ਇਹੋ ਜਿਹੇ ਕੰਮ ਅਦਾਲਤ ਦੇ ਗੈਰ ਸੰਵਿਧਾਨਿਕ ਰੱਦ ਐਲਾਨ ਕਰ ਸਕਦੀ ਹੈ, ਪਰ ਸੰਕਟ ਕਾਲ ਦੇ ਵਿੱਚ ਐਲਾਨ ਦੇ ਦੌਰਾਨ ਹੀ ਇਸ ਅਧਿਕਾਰਾਂ ਨੂੰ ਨਿਲੰਬਿਤ ਕੀਤਾ ਜਾ ਸਕਦਾ ਹੈ। ਸੰਵਿਧਾਨ ਦੀ ਇਹ ਵਿਵਸਥਾ ਖਤਰਨਾਕ ਅਤੇ ਗੈਰ ਲੋਕਤੰਤਰਿਕ ਹੈ। ਆੜਾ ਹੈ ਗਾਂਧੀਵਾਦੀ ਸਿਧਾਂਤ। ਗਾਂਧੀ ਜੀ ਨੇ ਜਿਹੜੇ ਨਵੇਂ ਸਮਾਜ ਦੀ ਸਥਾਪਨਾ ਦਾ ਸੁਪਨਾ ਵੇਖਿਆ ਸੀ ਉਸ ਦੇ ਵਿੱਤੀ ਝਲਕ ਸਾਨੂੰ ਹੇਠ ਲਿਖੇ ਗਾਂਧੀਵਾਦੀ ਸਿਧਾਂਤਾਂ ਵਿੱਚ ਮਿਲਦੀ ਹੈ। ਪਹਿਲਾ ਹੈ ਰਾਜ। ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਦੀ ਸਥਾਪਨਾ ਕਰੋ। ਉਹ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਦੇਵੋ ਜਿਸ ਨਾਲ ਉਹ ਸਵਰਾਜ ਦੇ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰ ਸਕਣ। ਦੂਜਾ ਹੈ ਰਾਜ ਪਿੰਡਾਂ ਦੇ ਵਿੱਚ ਨਿੱਜੀ ਤੋਂ ਸਹਿਕਾਰੀ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰੇ। ਰਾਜ ਕਮਜ਼ੋਰ ਵਰਗਾਂ ਖਾਸ ਕਰਕੇ ਪਿਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਪਿਛੜੇ ਵਰਗ ਅਤੇ ਕਾਲੀਆਂ ਦੇ ਵਿੱਦਿਅਕ ਸਹੂਲਤਾਂ ਦੇਵੇ। ਰਾਜ ਅਨੁਸੂਚਿਤ ਅਤੇ ਪਿਛੜੇ ਵਰਗ ਅਤੇ ਕਬੀਲਿਆਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਵੇ। ਤੀਜਾ ਹੈ ਸਾਧਾਰਨ ਅਤੇ ਉਦਰਵਾਦੀ ਸਿਧਾਂਤ। ਸਾਧਾਰਨ ਉਦਰਵਾਦੀ ਸਿਧਾਂਤ ਹੇਠ ਲਿਖੇ ਹਨ। ਪਹਿਲਾ ਹੈ ਰਾਜ ਸਮੁੱਚੇ ਦੇਸ਼ ਦੇ ਵਿੱਚ ਪ੍ਰਵਾਹ ਕਾਨੂੰਨੀ ਮਹੰਤਾ ਲਾਗੂ ਕਰੋ। ਉਹ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੇ ਵੱਖ ਕਰਨ ਦੇ ਵਿੱਚ ਜ਼ਰੂਰੀ ਕਾਰਵਾਈ ਕਰੇ। ਉਹ ਖੇਤੀ ਵਿੱਚ ਆਧੁਨਿਕ ਵਿਗਿਆਨਿਕ ਆਧਾਰ 'ਤੇ ਨਿਤ ਕਹੇ। ਉਹ ਪਸ਼ੂ ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੇ ਵਿੱਚ ਨਸਲਾਂ ਵਿੱਚ ਸੁਧਾਰ 'ਤੇ ਯਤਨ ਕਰੇ। ਪੰਜਵਾਂ ਹੈ ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ ਸਿਧਾਂਤਾਂ ਦੇ ਵਿੱਚ ਵਰਣਨ ਕਰੋ। ਉੱਤਰ ਹੈ ਮੌਲਿਕ ਸਿਧਾਂਤਾਂ ਅਤੇ ਰਾਜਨੀਤਿਕ ਨਿਰਦੇਸ਼ਕ ਸਿਧਾਂਤਾਂ ਨੂੰ ਹੇਠ ਲਿਖਿਆਂ ਦੇ ਮੂਲ ਵਰਕ ਹਨ। ਪਹਿਲਾ ਹੈ ਮੌਲਿਕ ਅਧਿਕਾਰ ਨਿਆਂਯੋਗ ਹੋਣ, ਪਰ ਰਾਜਨੀਤੀ ਦੇ ਨਿਰਦੇਸ਼ ਸਿਧਾਂਤਾਂ ਨੂੰ ਨਿਆਂਯੋਗ ਨਹੀਂ ਹਨ। ਇਸ ਤੋਂ ਭਾਵ ਹੈ ਕਿ ਜੇਕਰ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਖੜਖੜਾ ਸਕਦਾ ਹੈ। ਨਿਰਦੇਸ਼ਕ ਸਿਧਾਂਤਾਂ ਦੀ ਉਲੰਘਣਾ ਹੋਣ ਦੀ ਹਾਲਤ ਦੇ ਵਿੱਚ ਦਬਾਅ ਨਹੀਂ ਪਾਇਆ ਜਾ ਸਕਦਾ।
ਦੂਜਾ ਹੈ ਮੌਲਿਕ ਅਧਿਕਾਰਾਂ ਨਕਾਰਾਤਮਕ ਹਨ ਪਰ ਨਿਰਦੇਸ਼ਕ ਸਿਧਾਂਤ ਸਕਾਰਾਤਮਕ ਹਨ। ਨਕਾਰਾਤਮਕ ਸਿਧਾਂਤ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ 'ਤੇ ਹੈ ਅਤੇ ਸਕਾਰਾਤਮਕ ਤੋਂ ਭਾਵ ਕੋਈ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ। ਭਾਵ ਨਿਰਦੇਸ਼ਕ ਸਿਧਾਂਤ ਮੌਲਿਕ ਸਿਧਾਂਤਾਂ ਨਾਲੋਂ ਸ਼ੋਸ਼ਣ ਹਨ ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਲਈ ਕੰਮ ਕਰਦੇ ਨੇ। ਤੀਜਾ ਹੈ ਮੌਲਿਕ ਸਿਧਾਂਤਾਂ ਦਾ ਉਦੇਸ਼ ਭਾਰਤ ਦੇ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ ਪਰ ਨਿਰਦੇਸ਼ਕ ਸੁਧਾਰ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਸਹੀ ਅਰਥਾਂ ਦੇ ਵਿੱਚ ਲੋਕਤੰਤਰ ਨੂੰ ਲੋਕਤੰਤਰਿਕ ਬਣਾਉਂਦੇ ਹਨ। ਅੱਗੇ ਹੈ 6ਵਾਂ ਕੁਐਸਚਨ, ਭਾਰਤੀ ਸੰਵਿਧਾਨ ਇੱਕ ਵਰਗ ਦੇ ਵਿੱਚ ਸੰਗਠਨਾਤਮਕ ਭਾਵ ਵਾਸਤਵਿਕ ਵਿੱਚ ਇਕਮਤਕ ਹੈ ਕਿਵੇਂ? ਉੱਤਰ ਹੈ ਭਾਰਤ ਸੰਵਿਧਾਨ ਦੇ ਅਨੁਸਾਰ ਭਾਰਤ ਦੇ ਵਿੱਚ ਸੰਘ ਪ੍ਰਣਾਲੀ ਅਪਣਾਈ ਗਈ ਹੈ। ਸੰਵਿਧਾਨ ਵਿੱਚ ਇਸ ਪ੍ਰਣਾਲੀ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਪਰ ਹੇਠ ਲਿਖੇ ਤੱਤਾਂ ਨੂੰ ਇਸ ਦੇ ਇਕਾਤਮਕ ਰੂਪ ਮੁਹੱਈਆ ਕਰਦੇ ਹਨ। ਪਹਿਲਾ ਹੈ ਭਾਰਤ ਦੇ ਵਿੱਚ ਰਾਜਾਂ ਦੇ ਵਿੱਚ ਸੰਗਠਿਤ ਆਖਿਆ ਗਿਆ ਹੈ। ਸੰਗਠਿਤ ਸ਼ਬਦ ਦਾ ਭਾਵ ਏਕਤਾ ਦੀ ਭਾਵਨਾ ਪ੍ਰਗਟ ਕਰਦਾ ਹੈ। ਦੂਜਾ ਹੈ ਸੰਕਟਕਾਲੀਨ ਹਾਲਤਾਂ ਦੇ ਵਿੱਚ ਰਾਸ਼ਟਰਪਤੀ ਰਾਜਾਂ ਦੇ ਪ੍ਰਬੰਧ ਨੂੰ ਆਪਣੇ ਅਧਿਕਾਰ ਹੇਠ ਲੈ ਸਕਦਾ ਹੈ। ਤੀਜਾ ਹੈ ਭਾਰਤ ਵਿੱਚ ਇਕਹਿਰੀ ਨਾਗਰਿਕਤਾ ਲਈ ਅਪਣਾਇਆ ਗਿਆ ਹੈ। ਸਾਰੇ ਮਹੱਤਵਪੂਰਨ ਸੰਘ ਸੂਚੀ ਵਿੱਚ ਰੱਖੇ ਗਏ ਹਨ। ਰਾਜ ਸਰਕਾਰਾਂ ਦੇ ਮੁਕਾਬਲੇ ਕੇਂਦਰ ਸਰਕਾਰਾਂ ਨੂੰ ਵਧੇਰੇ ਤਾਕਤਵਰ ਬਣਾਈਆਂ ਗਈਆਂ ਹੈ। ਸਮੁੱਚੇ ਦੇਸ਼ ਨੂੰ ਇੱਕ ਸੰਵਿਧਾਨ ਹੈ। 6ਵਾਂ ਹੈ ਵਿੱਤੀ ਸਹਾਇਤਾ ਲਈ ਰਾਜ ਕੇਂਦਰ ਦੇ ਉੱਤੇ ਨਿਰਭਰ ਹਨ। ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦਾ ਸੁਤੰਤਰ ਨਿਆਂਪਾਲਿਕਾ ਦਾ ਪ੍ਰਬੰਧ ਹੈ ਅਤੇ ਪੂਰਨ ਨਿਰੀਖਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਸਰਵਉੱਚ ਅਦਾਲਤ ਅਤੇ ਉੱਚ ਅਦਾਲਤ ਸਦਨ ਜਾਂ ਰਾਜ ਵਿਧਾਨ ਮੰਡਲਾਂ ਦੇ ਵਿੱਚ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨੂੰ ਗੈਰ ਕਾਨੂੰਨੀ ਕਰਾਰ ਦੇ ਸਕਦੀ ਹੈ। 7ਵਾਂ ਕੁਐਸਚਨ, ਭਾਰਤ ਦੇ ਵਿੱਚ ਨਾਗਰਿਕਾਂ ਦੇ ਕਰਤੱਵਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ? ਉੱਤਰ ਹੈ ਭਾਰਤੀ ਨਾਗਰਿਕਾਂ ਦੇ ਕਰਤੱਵ ਹੇਠ ਲਿਖੇ ਹਨ। ਪਹਿਲਾ ਹੈ ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸ ਦੇ ਨਿਰਦੇਸ਼ਾਂ ਆਦਰਸ਼ਾਂ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ। ਭਾਰਤ ਦੇ ਵਿੱਚ ਸੁਤੰਤਰ ਸੰਘਰਸ਼ ਦੇ ਲਈ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਕਰਨਾ ਅਤੇ ਪਾਲਣਾ ਕਰਨੀ। ਭਾਰਤ ਦੇ ਵਿੱਚ ਪ੍ਰਭੂਸੱਤਾ ਅਤੇ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ। ਭਾਰਤ ਦੇ ਵਿੱਚ ਸੁਰੱਖਿਆ ਅਤੇ ਪ੍ਰਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ। ਧਾਰਮਿਕ ਭਾਸ਼ਵੀ ਖੇਤਰੀ ਜਾਂ ਵਰਗੀ ਵਖਰੇਵਾਂ ਤੋਂ ਉੱਪਰ ਉੱਠ ਕੇ ਭਾਰਤ ਦੇ ਲੋਕਾਂ ਵਿੱਚ ਪਰਸਪਰ ਮੇਲ ਜੋਲ ਅਤੇ ਭਾਰਤ ਭਰਾਵੀ ਦੀ ਭਾਵਨਾ ਦਾ ਵਿਕਾਸ ਕਰਨਾ। ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਉਸ ਨੂੰ ਅਪਣਾਈ ਰੱਖਣਾ। ਵਣਾਂ ਝੀਲਾਂ ਨਦੀਆਂ ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਨੂੰ ਸੁਰੱਖਿਅਤ ਕਰਨੀ। ਵਿਗਿਆਨਿਕ ਸੁਭਾਅ ਮਨੁੱਖਤਾਵਾਦ ਸਹਿਣਸ਼ੀਲਤਾ ਅਤੇ ਸੁਧਾਰਾਂ ਦੀ ਭਾਵਨਾ ਵਿੱਚ ਵਿਕਾਸ ਕਰਨਾ। ਸਾਰਵਜਨਿਕ ਸੰਪੱਤੀ ਦੀ ਸੁਰੱਖਿਆ ਕਰਨੀ ਅਤੇ ਹਿੰਸਾ ਨੂੰ ਤਿਆਗ ਕਰਨਾ। ਰਾਸ਼ਟਰ ਦੀ ਉੱਨਤੀ ਦੇ ਲਈ ਹਰੇਕ ਖੇਤਰ ਦੇ ਵਿੱਚ ਉਤਨਾਤਮਕ ਹਾਸਲ ਕਰਨ ਦੀ ਯਤਨ ਕਰਨਾ। 8ਵਾਂ ਹੈ ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕਾਰਨ ਹੇਠ ਲਿਖੇ ਵਰਣਨ ਕਰੋ। ਉੱਤਰ ਹੈ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡੇ ਆਕਾਰ ਅਤੇ ਵਿਸਥਾਰਮਿਕ ਸਿਧਾਂਤ ਹੈ। ਦੀ ਵਿਸ਼ਾਲਤਾ 4 ਮੁੱਖ ਕਾਰਨ ਲਿਖੇ ਹਨ। ਪਹਿਲਾ ਹੈ ਇਸ ਸੰਵਿਧਾਨ ਦੇ ਵਿੱਚ 995 ਅਨੁਛੇਦ ਅਤੇ 9 ਅਨੁਸੂਚੀਆਂ ਦਿੱਤੀਆਂ ਗਈਆਂ ਹਨ। ਇਸ ਵਿੱਚ ਰਾਜ ਦੇ ਸਰੂਪ ਸਰਕਾਰ ਦਾ ਅੰਗਾਂ ਦਾ ਸੰਗਠਨ ਅਤੇ ਉਹਨਾਂ ਦੇ ਵਿੱਚ ਆਪਸੀ ਸੰਬੰਧਾਂ ਦਾ ਵਿਸਥਾਰਪੂਰਨ ਹੈ। ਇਸ ਵਿੱਚ ਰਾਜ ਅਤੇ ਨਾਗਰਿਕ ਦੇ ਸੰਬੰਧਾਂ ਦਾ ਵਿਸਥਾਰ ਕਰਨਾ ਸਪਸ਼ਟ ਕੀਤਾ ਗਿਆ ਹੈ। ਇਸ ਵਿੱਚ ਨਾਗਰਿਕਾਂ ਨੂੰ 6 ਮੂਲ ਅਧਿਕਾਰਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਸੰਵਿਧਾਨ ਦੇ 42ਵੀਂ ਸੋਧ ਅਨੁਸਾਰ ਇਸ ਵਿੱਚ ਨਾਗਰਿਕਾਂ ਨੂੰ 10 ਮੌਲਿਕ ਕਰਤੱਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸੰਘ ਸੰਵਿਧਾਨ ਹੋਣ ਕਾਰਨ ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਸ਼ਕਤੀਆਂ ਦਾ ਵੰਡ ਸਪਸ਼ਟ ਵਰਣਨ ਕੀਤਾ ਗਿਆ ਹੈ। ਸ਼ਕਤੀ ਵੰਡ ਸੰਬੰਧੀ ਸੂਚੀਆਂ ਨੇ ਵੀ ਭਾਰਤੀ ਸੰਵਿਧਾਨ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਨਾਲ ਅਸੀਂ ਜਿਹੜਾ ਪੂਰਾ ਚੈਪਟਰ ਆ ਉਹਨੂੰ ਕੰਪਲੀਟ ਕਰ ਚੁੱਕੇ ਹਾਂ ਵੀ ਅਸੀਂ ਜਿਹੜੇ ਲੋਕਤੰਤਰ ਦੇ ਵਿਸ਼ੇਸ਼ਤਾਵਾਂ ਬਾਰੇ ਪੜ੍ਹ ਚੁੱਕੇ ਹਾਂ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊ। ਜੇਕਰ ਪਸੰਦ ਆਇਆ ਤਾਂ ਇਹਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ। ਅਸੀਂ ਇਹਦੇ ਵਿੱਚ 6 to 10th ਕਲਾਸ ਦੇ ਮੇਨ ਸਬਜੈਕਟਾਂ ਨੂੰ ਡਿਸਕਸ ਕਰਾਂਗੇ ਅਤੇ SST ਪੰਜਾਬੀ ਮੀਡੀਅਮ ਦੀ ਜਿਹੜੀ ਵੀਡੀਓਜ਼ ਨੇ ਉਹ ਵੀ ਇਹਦੇ ਉੱਤੇ ਅਪਡੇਟ ਹੋਇਆ ਕਰਨਗੀਆਂ। ਨਾਲ ਦੀ ਨਾਲ ਹੁਣ ਅਸੀਂ
ਕੁਐਸਚਨ ਆਨਸਰ ਖਤਮ ਕਰਨ ਤੋਂ ਬਾਅਦ ਅਸੀਂ ਚੈਪਟਰਸ ਜਿਹੜੇ ਨੇ ਉਹਨਾਂ ਦੀ ਟਰਾਂਸਲੇਸ਼ਨ ਦੇ ਉੱਤੇ ਜਾਵਾਂਗੇ ਅਤੇ ਉਹਨੂੰ ਐਕਸਪਲੇਨ ਕਰੂੰਗਾ ਮੈਂ। ਜਿੰਨਾ ਹੋ ਸਕੇ ਤੁਹਾਨੂੰ ਵਧੀਆ ਅਟਰੈਕਟਿਵ ਵੇ ਨਾਲ ਕਰੂੰਗਾ, ਅਤੇ ਤੁਸੀਂ ਵੀ ਸਾਰਿਆਂ ਨੇ ਮੇਰੀ ਵੀਡੀਓਜ਼ ਨੂੰ ਲਾਈਕ ਕਰਕੇ ਅਤੇ ਕਮੈਂਟ ਕਰਕੇ ਮੇਰੇ ਨਾਲ ਜੁੜੇ ਰਹਿਣਾ ਅਤੇ ਮੇਰੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਨੂੰ ਕੰਪਲੀਟ ਕਰਨਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।